नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਛੋਟੀਆਂ ਖਬਰਾਂ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਵੀਂ ਦਿੱਲੀ ਵਿੱਚ ਰੱਖਿਆ ਅਲੰਕਰਨ ਸਮਾਗਮ ਦੌਰਾਨ ਵੀਰਤਾ ਪੁਰਸਕਾਰ ਪ੍ਰਦਾਨ ਕੀਤੇ। ਫੌਜ ਮੁਖੀ ਜਨਰਲ ਮਨੋਜ ਪਾਂਡੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ। पंजाब के डीजीपी ने मोहाली विखे इंटैलीजेंस विंग के हैडकुआटर ते हुए हमले नूं पुलिस लई एक चुनौती दस्सिया। धमाके की घटना मगरों पंजाब विच हाई अलर्ट जारी। बीजेपी के आगू तरन चुग अनुसार पंजाब सरकार ने सूबे में सुरक्षा प्रबंधों बारे गंभीर चुनौती की खड़ी। ते पंजाब समेत उत्तरी भारत विच मौसम विभाग ने अगले 2 दिनों दौरान लू चलण की चेतावनी की जारी। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਰੱਖਿਆ ਅਲੰਕਰਨ ਸਮਾਗਮ 2022 ਦੌਰਾਨ ਵੀਰਤਾ ਪੁਰਸਕਾਰ ਪ੍ਰਦਾਨ ਕੀਤੇ। ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਰਾਸ਼ਟਰਪਤੀ ਤੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਹਾਸਲ ਕੀਤਾ। ਕੈਪਟਨ ਆਸ਼ੂਤੋਸ਼ ਕੁਮਾਰ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਹ ਜੰਮੂ ਕਸ਼ਮੀਰ ਵਿੱਚ ਇੱਕ ਅੱਤਵਾਦ ਮੁਹਿੰਮ ਵਿੱਚ ਸ਼ਹੀਦ ਹੋ ਗਏ ਸਨ। ਰਾਸ਼ਟਰੀ ਰਾਈਫਲਸ ਦੇ ਹੌਲਦਾਰ ਅਨਿਲ ਕੁਮਾਰ, ਹੌਲਦਾਰ ਪਿੰਕੂ ਕੁਮਾਰ, ਹੌਲਦਾਰ ਕਾਸ਼ੀ ਰਾਏ ਬਮਨਲੀ, ਨਾਇਬ ਸੂਬੇਦਾਰ ਸ਼ਿਰਜੀਤ ਐਮ ਅਤੇ ਸਿਪਾਹੀ ਐਮ ਜਸਵੰਤ ਰੈਡੀ ਨੂੰ ਉਹਨਾਂ ਦੇ ਬਹਾਦਰੀ ਵਾਲੇ ਕੰਮਾਂ ਲਈ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਨਿਵਾਜਿਆ ਗਿਆ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਸ਼ਟਰਪਤੀ ਤੋਂ ਮੈਡਲ ਹਾਸਲ ਕੀਤੇ। ਇਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਹੋਰ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਹਾਜ਼ਰ ਸਨ। ਕੇਂਦਰ ਸਰਕਾਰ ਸੜਕ ਸੁਰੱਖਿਆ ਨੂੰ ਸਰਵਉੱਚ ਪ੍ਰਾਥਮਿਕਤਾ ਦੇ ਰਹੀ ਹੈ ਅਤੇ ਸਾਲ 2024 ਤੱਕ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ 50% ਕਮੀ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਸੜਕ ਆਵਾਜਾਈ ਅਤੇ ਕੌਮੀ ਸ਼ਾਹ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਕ ਸਮਾਗਮ ਦੌਰਾਨ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੜਕ ਸੁਰੱਖਿਆ ਦੇ ਮੁੱਦਿਆਂ ਨੂੰ ਹਿੱਤਧਾਰਕਾਂ ਨਾਲ ਮਿਲ ਕੇ ਨਜਿੱਠਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਬਹੁਤ ਹੀ ਨਾਜ਼ੁਕ ਮਾਮਲਾ ਹੈ ਅਤੇ ਸੜਕ ਹਾਦਸਿਆਂ ਨੂੰ ਗੰਭੀਰਤਾ ਨਾਲ ਲੈ ਕੇ ਸੰਭਾਵਿਤ ਹਾਦਸੇ ਵਾਲੀਆਂ ਥਾਵਾਂ ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਸਾਰੇ ਖੇਤਰੀ ਅਧਿਕਾਰੀ ਅਤੇ ਪ੍ਰੋਜੈਕਟ ਡਾਇਰੈਕਟਰ ਇਸ ਬਾਰੇ ਸੰਕਲਪ ਲੈਣ। ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਵੀਕੇ ਭਾਵਰਾ ਨੇ ਅੱਜ ਮੋਹਾਲੀ ਵਿਖੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ, ਜਿੱਥੇ ਬੀਤੀ ਦੇਰ ਸ਼ਾਮ ਇੱਕ ਧਮਾਕਾ ਹੋਇਆ ਸੀ। ਉਨ੍ਹਾਂ ਇਸ ਧਮਾਕੇ ਤੋਂ ਪੈਦਾ ਹਾਲਾਤ ਦਾ ਜਾਇਜ਼ਾ ਲਿਆ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀਕੇ ਭਾਵਰਾ ਨੇ ਕਿਹਾ ਕਿ ਪੰਜਾਬ ਪੁਲਿਸ ਲਈ ਇੱਕ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਇਸ ਧਮਾਕੇ ਦਾ ਖਾਲਿਸਤਾਨੀ ਅੰਸਰਾਂ ਸੰਬੰਧੀ ਕੋਈ ਲਿੰਕ ਹੋਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਫਿਲਹਾਲ ਇੰਤਜ਼ਾਰ ਕਰਨਾ ਚਾਹੀਦਾ ਹੈ। जो एक्सप्लोजिव इस्तेमाल हुआ है वो TNT लग रहा है। बाकी इसमें जिस तरीके से इंसिडेंट हुआ है शाम के टाइम, उस टाइम कमरे में कोई नहीं था और इम्पैक्ट दीवार पे आया, इसलिए नुकसान कोई नहीं हुआ है। और लेकिन ये चैलेंज है और हम इसको इस केस को सॉल्व करने के लिए पूरे कोशिश कर रहे हैं और जल्दी सॉल्व। इस घटना मगरों समुचे पंजाब विच हाई अलर्ट जारी किया गया है। दस्सिया जाता है कि पुलिस ने तकरीबन 1.5 दर्जन व्यक्तियों को डिटेन किया है और उन्होंने पुछगिछ की जा रही है। इस दौरान SAS नगर के SSP विवेकशील सोनी ने मोहाली इंटैलीजेंस दफ्तर के बाहर अज फिर एक होर धमाका होने की खबर को बेबुनियाद और झूठी दस्सिया है। उन्होंने कहा कि अज अजिहा कोई धमाका नहीं होया है। घटना को लैके सुहाना थाने में ਵੱਖ-ਵੱਖ ਧਾਰਾਵਾਂ तहत FIR अणपछाते व्यक्तियों खिलाफ सब इंस्पैक्टर बलकार सिंह के बयानों से दर्ज की गई है। देर शाम एक सरकारी बुलारे ने दस्सिया कि धमाके लिए वरते गए लॉन्चर ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੇ ਸੰਬੰਧ ਵਿੱਚ ਮਿਲੇ ਸਮੂਹ ਤੱਥਾਂ ਬਾਰੇ ਬਰੀਕੀ ਨਾਲ ਛਾਣਬੀਨ ਕਰਕੇ ਮਾਮਲੇ ਨੂੰ ਹੱਲ ਕਰਨ ਲਈ ਅੱਗੇ ਵਧਿਆ ਜਾ ਰਿਹਾ ਹੈ। उधर मोहाली धमाके की जांच विच केंद्रीय जांच एजेंसी NIA भी जुट गई है। NIA की एक टीम अज धमाके वाली थां ते पुजी ते इंटैलीजेंस विंग की इमारत समेत आले दुआले के इलाके का मुआयना किया।
इस दौरान धमाके का नोटिस लैंदिया मुख मंत्री भगवंत मान ने डीजीपी ਨੂੰ पूरी घटना की जांच डूंघाई नाल करन दे हुक्म दिते ने तां जो इसकी तह तक पहुंचा जा सके। चंडीगढ़ विच अपनी सरकारी रिहायशगाह ते अज सवेरे उन्हां पुलिस महकमे दे सीनियर अधिकारियों नाल एक उच्च पद्धरी मीटिंग की। उन्हां स्पष्ट किया कि किसी नूं भी सूबे दे शांतमई माहौल नूं विगाड़न दी इजाजत नहीं दी जावेगी। नाल ही उन्हां कहा कि कुछ दुश्मन ताकतां सूबे विच गड़बड़ पैदा करन लई लगातार यतनशील ने, पर ये अपने नापाक मनसूबिਆਂ विच कदे कामयाब नहीं हो सकणगीਆਂ। मगरों पत्रकारां नाल गलबात करदे उन्हां कहा कि पंजाब दा भाईचारा मजबूत है अते घटना दे दोषियां नूं सख्त सज़ा दित्ती जावेगी। कल रात जो मोहाली दे विच घटना हुई है, मैं डीजीपी साहब नाल सारे इंटैलीजेंस के अफसरां नाल मीटिंग लई है और सारा डिटेल जिहड़ी है वो निकल रही है और गिरफ्तारियां कुछ हो भी गई, कुछ हो जाणगियां ते जड़ां तक पहुंच जाएंगे। ते मैं यही बार बार कहना चाਹੁੰਦਾ ਤੁਹਾਡੇ जरिए कि जिन्हें भी पंजाब का माहौल को खराब करने की कोशिश की थी वो बख्शिया नहीं जाऊगा, सख्त तो सख्त सज़ा मिलूगी। उन्होंने कई पीढ़ियां याद रखणगियां। भारतीय जनता पार्टी के कौमी जनरल सकत्तर तरन चुग ने कहा है कि आम आदमी पार्टी की सरकार ने पंजाब वर्गे बेहद नाजुक सूबे विच सुरक्षा प्रबंधों बारे गंभीर चुनौती खड़ी कर दी है। चंडीगढ़ तो आज जारी एक बयान में उन्होंने कहा कि देश विरोधी जथेबंदियों खिलाफ अपनाई गई ढिल ने सूबे विच एक बार फिर अतवाद नूं सुरजीत करने के खतरे विच पा दिता है। तरन चुग ने कहा कि केजरीवाल जिवें पंजाब के हालात ते ट्वीट करते हैं उस तो पता चलता है कि सूबे ते उन्हां दा सीधा कंट्रोल है। पंजाब वर्गे सूबे के मुख्यमंत्री केजरीवाल की कठपुतली बन के रह गए ने। उन्होंने कहा कि पिछले 1.5 महीने दौरान सूबे विच 2 दर्जन अतवादी सरगर्मियां दीयां घटनावां होईयां ने जिहड़ियां देश लई वड्डी चिंता दा विशा ने। इधर रॉकेट हमले की साबका मंत्री मनोरंजन कालिया ने निखेधी की है। जलंधर तो जारी एक बयान में उन्होंने कहा कि जेकर पुलिस हैडकुआटर ही सुरक्षित नहीं है तो पंजाब विच आम आदमी पार्टी के शासन दौरान आम आदमी की सुरक्षा ते वड्डा सवालिया निशान लगता है। उन्होंने कहा कि सूबे विच आम आदमी पार्टी की सरकार बनन मगरों कानून व्यवस्था की स्थिति लगातार विगड़ रही है और रॉकेट हमला धमाका आम आदमी पार्टी नूं पंजाब के अमन नूं भंग करन वालियां खिलाफ जागण लई एक घंटी है। प्रधानमंत्री सुरक्षा बीमा योजना, प्रधानमंत्री जीवन ज्योति बीमा योजना ते अटल पेंशन योजना नूं लागू कीतियां 7 वरे पूरे हो गए ने। बीमा ते पेंशन दियां ये तीनों जन सुरक्षा योजनावां आम आदमी दी पहुंच विच ने। पिछले 7 वरियां विच वड्डी गिनती विच लोकां दा इन्हां योजनावां लई रजिस्ट्रेशन करवाउणा अते फायदा लैणा इन्हां दी कामयाबी दा सबूत है। एक रिपोर्ट। बैंक विच खाता खुलवाउण ते प्रधानमंत्री जीवन ज्योति बीमा योजना तहत 18 तो 50 साल तक की उम्र के लोगों को सिर्फ 330 रुपए सालाना भुगतान ते 2 लाख रुपए के जीवन बीमा की सहूलत मिल रही है। ये 330 रुपए भी बैंक खाते चों सालाना, तिमाही या छमाही दीयां आसान किश्तां विच दिते जा सकते हैं। कपूरथला जिले के कस्सो चाहल पिंड के मनवीर सिंह ने इस स्कीम तहत अपना बीमा करवाया सी, पर कुछ समय बाद बीमारी नाल उन्हां दी मौत हो गई, जिस मगरों उन्हां दी पत्नी कुलविंदर कौर नूं इस योजना का पूरा लाभ मिलिया है। मनवीर सिंह दे नाल मेरी शादी हुई सी। प्रधानमंत्री जीवन ज्योति बीमा योजना के अधीन 2 लाख बीमा करवाया सी। वो सानू रकम मिल चुकी है। ਉਹਦੇ ਨਾਲ ਮੇਰੇ ਬੱਚਿਆਂ ਨੂੰ ਬਹੁਤ ਸਹਾਇਤਾ ਮਿਲੀ ਹੈ। प्रधानमंत्री जीवन ज्योति बीमा योजना तो मिले लाभ ने कुलविंदर कौर दे 4 कुड़ियां अते 1 मुंडे वाले परिवार का पालन पोषण आसान बना दिता। अजिहा कुलविंदर कौर दे पिता गुरदीप सिंह दसदे ने। मेरी लड़की कुलविंदर कौर पिंड कस्सो चाल जिला कपूरथला च ਵਿਆਹੀ ਹੋਈ ਆ ਤੇ ਉਹਨਾਂ ਦੇ ਹਸਬੈਂਡ ਮਨਵੀਰ ਸਿੰਘ ਨੇ ਪ੍ਰਧਾਨ ਜੀਵਨ ਜੋਤੀ ਬੀਮਾ ਕਰਵਾਇਆ ਸੀ। ਉਹਨਾਂ ਦੀ ਪਿਛਲੇ ਸਾਲ ਡੈਥ ਹੋ ਗਈ ਤੇ ਉਹ ਰਕਮ ਸਾਨੂੰ 2 ਲੱਖ ਰੁਪਏ ਦੀ ਮਿਲ ਗਈ ਹੈ, ਜਿਹਦੇ ਨਾਲ ਬੱਚਿਆਂ ਦਾ ਵਿੱਤੀ ਸਹਾਇਤਾ ਕਾਫੀ ਹੋ ਗਈ। मैं प्रधानमंत्री जी का तह दिलों शुक्रगुजार। इसी तरह 18 तो 70 साल तक के व्यक्तियों ਲਈ 2 ਲੱਖ रुपए का हादसा बीमा 12 रुपए सालाना के प्रीमियम ते मिलता है, जबकि अटल पेंशन योजना तहत महीने में 42 रुपए दे के पेंशन योजना का लाभ मिलता है। भारतीय जीवन बीमा निगम के सीनियर डिविजनल मैनेजर कपूर सिंह मुताबक प्रधानमंत्री जीवन ज्योति बीमा योजना तहत पंजाब विच 16 ਵੱਖ-ਵੱਖ बैंकों राही कुल 1,22,901 पॉलिसी होल्डर ने, जिन्हां राही 4,55,75,000 का मालिया किश्त वजों हासिल होया,
ਜਦ ਕਿ ਯੋਜਨਾ ਤਹਿਤ 200 ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣ ਤੇ ਉਹਨਾਂ ਦੇ ਪਰਿਵਾਰਾਂ ਨੂੰ 4 ਕਰੋੜ ਦੇ ਕਲੇਮ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਸੁਤੰਤਰ ਤੇ ਸੁਰਜੀਤ ਸਿੰਘ ਜੰਮੂ ਨਾਲ शिशु शर्मा शांतल, दूरदर्शन समाचार, जलंधर। ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੰਦਿਆਂ ਪੁਲਿਸ ਨੂੰ ਉਹਨਾਂ ਨੂੰ 5 ਜੁਲਾਈ ਤੱਕ ਗ੍ਰਿਫਤਾਰ ਨਾ ਕਰਨ ਦੀ ਹਦਾਇਤ ਕੀਤੀ ਹੈ। ਮੋਹਾਲੀ ਦੀ ਇੱਕ ਅਦਾਲਤ ਵੱਲੋਂ ਬੀਤੇ ਦਿਨੀ ਤੇਜਿੰਦਰਪਾਲ ਬੱਗਾ ਦੇ ਜਾਰੀ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਨੂੰ ਉਹਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਤੋਂ ਪਹਿਲਾਂ ਜਸਟਿਸ ਅਨੂਪ ਚਿਤਕਾਰਾ ਨੇ 10 ਮਈ ਤੱਕ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੇ ਰੋਕ ਲਗਾਈ ਸੀ। ਦੂਜੇ ਪਾਸੇ ਡਰੱਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ। ਮਜੀਠੀਆ ਵੱਲੋਂ ਉਹਨਾਂ ਖਿਲਾਫ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਅਦਾਲਤ ਨੇ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਾਣ ਦੀ ਸਲਾਹ ਦਿੱਤੀ ਹੈ। ਬਿਕਰਮ ਮਜੀਠੀਆ ਖਿਲਾਫ ਸਾਬਕਾ ਕਾਂਗਰਸ ਸਰਕਾਰ ਵੇਲੇ ਡਰੱਗ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਮਗਰੋਂ ਪਟਿਆਲਾ ਜੇਲ੍ਹ ਵਿੱਚ ਬੰਦ ਨੇ ਅਤੇ ਉਹਨਾਂ ਨੂੰ ਹਾਲੇ ਤੱਕ ਜ਼ਮਾਨਤ ਨਹੀਂ ਮਿਲੀ ਹੈ। ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਹਨਾਂ ਤੋਂ ਸਕੂਲੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸੁਝਾਅ ਮੰਗੇ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਮੌਜੂਦਾ ਸਰਕਾਰੀ ਸਿੱਖਿਆ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਹੈ ਅਤੇ ਇਸ ਨੂੰ ਫਿਰ ਕਾਇਮ ਕਰਨਾ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਰਕਾਰੀ ਅਧਿਆਪਕਾਂ ਦੀ ਬੇਮਿਸਾਲ ਕਾਬਲੀਅਤ ਅਤੇ ਸਮਰੱਥਾਵਾਂ ਤੇ ਕੋਈ ਸ਼ੱਕ ਨਹੀਂ ਹੈ ਤੇ ਲੋਕਾਂ ਦੇ ਭਰੋਸੇ ਨੂੰ ਲੋਕਾਂ ਦੀ ਪੂਰੀ ਸ਼ਮੂਲੀਅਤ ਅਤੇ ਸਹਿਯੋਗ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ ਵਿਵਹਾਰਿਕ ਬਣਾਉਣ ਦੇ ਨਾਲ-ਨਾਲ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਧੇਰੇ ਢੁਕਵੀਂ ਅਤੇ ਲਾਹੇਵੰਦ ਬਣਾਉਣ ਲਈ ਅਧਿਆਪਕਾਂ ਨੂੰ ਪੂਰਾ ਸਹਿਯੋਗ ਦੇਵੇਗੀ। ਇਸ ਦੌਰਾਨ ਉਦਯੋਗ ਅਤੇ ਅਕਾਦਮੀਆਂ ਵਿਚਾਲੇ ਤਾਲਮੇਲ ਹੋਰ ਬਿਹਤਰ ਬਣਾਉਣ ਦੇ ਮੰਤਵ ਨਾਲ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮਹਿਕਮੇ ਨੇ ਬੀਤੀ ਸ਼ਾਮ ਚੰਡੀਗੜ੍ਹ ਵਿੱਚ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ 2022 ਕਰਵਾਈ। ਇਸ ਦੀ ਪ੍ਰਧਾਨਗੀ ਤਕਨੀਕੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕੀਤੀ। ਉਹਨਾਂ ਆਸ ਪ੍ਰਗਟਾਈ ਕਿ ਇਹ ਨਿਵੇਕਲੀ ਪਹਿਲਕਦਮੀ ਉਦਯੋਗਾਂ ਅਤੇ ਅਕਾਦਮੀਆਂ ਵਿਚਾਲੇ ਤਾਲਮੇਲ ਪੈਦਾ ਕਰਨ ਲਈ ਬਹੁਤ ਸਹਾਈ ਸਿੱਧ ਹੋਵੇਗੀ, ਜਿਸ ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਤਕਨੀਕੀ ਸਿੱਖਿਆ ਦਿੱਤੀ ਜਾ ਸਕੇਗੀ। ਉਹਨਾਂ ਕਿਹਾ ਕਿ ਇਸ ਨਾਲ ਦੁਨੀਆ ਭਰ ਵਿੱਚ ਬਿਹਤਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਨਾਲ ਹੀ ਇਹ ਪਹਿਲਕਦਮੀ ਹੁਨਰ ਦੇ ਪਾੜੇ ਨੂੰ ਪੂਰਨ ਵਿੱਚ ਮਦਦ ਦੇਵੇਗੀ। ਮੀਟਿੰਗ ਵਿੱਚ 50 ਤੋਂ ਵੱਧ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ ਅਤੇ ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ। ਸੰਗਰੂਰ ਦੇ ਐਸਪੀ ਕਰਨਵੀਰ ਸਿੰਘ ਖਿਲਾਫ ਸੰਗਰੂਰ ਦੇ ਸਿਟੀ 1 ਪੁਲਿਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਤੇ ਆਪਣੇ ਰੀਡਰ ਏਐਸਆਈ ਦਵਿੰਦਰ ਸਿੰਘ ਰਾਹੀਂ 3.5 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ। ਏਐਸਆਈ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਐਸਪੀ ਕਰਨਵੀਰ ਸਿੰਘ ਫਰਾਰ ਹੈ। ਦੱਸਿਆ ਜਾਂਦਾ ਹੈ ਕਿ ਮਹਿੰਗਾ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਲਗਾਈ ਦਰਖਾਸਤ ਦੀ ਜਾਂਚ ਐਸਪੀ ਕਰਨਵੀਰ ਸਿੰਘ ਨੂੰ ਸੌਂਪੀ ਗਈ ਸੀ ਅਤੇ ਇਸ ਮਾਮਲੇ ਵਿੱਚ ਮੁਲਜ਼ਮਾਂ ਦਾ ਬਚਾਅ ਕਰਨ ਵਾਸਤੇ ਕਰਨਵੀਰ ਸਿੰਘ ਨੇ ਆਪਣੇ ਰੀਡਰ ਏਐਸਆਈ ਦਵਿੰਦਰ ਸਿੰਘ ਰਾਹੀਂ ਰਿਸ਼ਵਤ ਦੀ ਮੰਗ ਕੀਤੀ। ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਦੇ ਪਿੰਡ ਮੰਨੇਵਾਲਾ ਲਾਗੇ ਇੱਕ ਬੱਸ ਦੇ ਖੇਤਾਂ ਵਿੱਚ ਪਲਟਣ ਕਾਰਨ 3 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 1 ਦਰਜਨ ਤੋਂ ਵੱਧ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ ਵਾਪਰਿਆ ਜਦੋਂ ਇਹ ਬੱਸ ਪਾਲੀਵਾਲਾ ਤੋਂ ਜਲਾਲਾਬਾਦ ਆ ਰਹੀ ਸੀ। ਘਟਨਾ ਮਗਰੋਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਫਾਜ਼ਿਲਕਾ ਤੋਂ ਸਾਡੇ ਪੱਤਰਕਾਰ ਸੁਨੀਲ ਨਾਗਪਾਲ ਅਨੁਸਾਰ ਸਰਕਾਰੀ ਹਸਪਤਾਲ ਵਿੱਚ ਜ਼ਖਮੀਆਂ ਨੂੰ ਸੰਭਾਲਣ ਲਈ ਡਾਕਟਰਾਂ ਦੀ ਕਮੀ ਸਾਫ਼ ਨਜ਼ਰ ਆਈ। ਦੱਸਿਆ ਜਾਂਦਾ ਹੈ ਕਿ ਬੱਸ ਦੀ ਰਫ਼ਤਾਰ ਤੇਜ਼ ਸੀ ਅਤੇ ਡਰਾਈਵਰ ਇਸ ਤੇ ਕੰਟਰੋਲ ਨਹੀਂ ਕਰ ਸਕਿਆ, ਜਿਸ ਨਾਲ ਬੱਸ ਪਲਟ ਗਈ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਬਣਿਆ ਹੋਇਆ ਹੈ। ਹਾਲਾਂਕਿ ਅੱਜ ਸਵੇਰੇ ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਠੰਡੀਆਂ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਹਿਸੂਸ ਹੋਈ, ਪਰ ਮਗਰੋਂ ਇੱਕ ਵਾਰ ਫਿਰ ਤੇਜ਼ ਧੁੱਪ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਲੂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ 14 ਮਈ ਤੋਂ ਬਾਅਦ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ। ਤੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ। ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ। ਇਜਾਜ਼ਤ ਦਿਓ। ਨਮਸਕਾਰ।